ਸਕੂਲਾਂ ਦੇ ਅੰਦਰ ਬੈਠੇ ਐਜੂਸੈਟ ਰੂਮ ਦੇ ਸੱਜੇ ਹੋਏ ਵਿਦਿਆਰਥੀਓ ਤੇ ਪਿਆਰੇ ਅਧਿਆਪਕੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਐਜੂਸੈਟ ਰੂਮ ਦੇ ਵਿੱਚ ਪੂਰੇ ਧਿਆਨ ਦੇ ਨਾਲ ਕੇਂਦਰਿਤ ਹੋ ਚੁੱਕੇ ਹੋਵੋਗੇ। ਪਿਆਰੇ ਵਿਦਿਆਰਥੀਓ, ਪਿਛਲੀ ਵੀਡੀਓ ਦੇ ਤੁਸੀਂ ਲੋਕਤੰਤਰ ਕੀ ਹੈ ਤੇ ਉਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੜ੍ਹਿਆ। ਇਸ ਵੀਡੀਓ ਦੇ ਵਿੱਚ ਅਸੀਂ ਲੋਕਤੰਤਰ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਾਂਗੇ। ਮੈਨੂੰ ਇਹ ਦੱਸਦਿਆਂ ਕੋਈ ਗੁਰੇਜ਼ ਨਹੀਂ ਹੈ ਇਹ ਕਹਿਣ ਦੇ ਵਿੱਚ ਕਿ ਭਾਰਤੀ ਲੋਕਤੰਤਰ ਬੇਸ਼ੱਕ ਸਫਲਤਾ ਦੇ ਨਾਲ ਚੱਲ ਰਿਹਾ, ਪਰ ਅੱਜ ਵੀ ਲਗਭਗ 77ਵਾਂ ਜਿਹੜਾ ਆਜ਼ਾਦੀ ਦਿਵਸ ਅਸੀਂ ਹੁਣੇ ਮਨਾ ਕੇ ਹਟੇ ਹਾਂ ਔਰ ਇੰਨਾ ਲੰਬਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਔਰ ਚੁਣੌਤੀਆਂ ਦੇ ਵਿੱਚੋਂ ਸਾਡਾ ਦੇਸ਼ ਸਾਡਾ ਲੋਕਤੰਤਰ ਨਿਕਲਦਾ। ਉਹਨਾਂ ਉੱਤੇ ਵੀ ਝਾਤੀ ਪਾਉਣੀ ਜ਼ਰੂਰੀ ਹੈ ਕਿ ਉਹ ਕਿਹੜੀਆਂ ਸਮੱਸਿਆਵਾਂ ਔਰ ਉਹ ਸਾਡੇ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ। ਦੇਖੋ, ਬੜੇ ਸਾਫ਼ ਸ਼ਬਦਾਂ 'ਚ ਲਿਖਿਆ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਜਦੋਂ ਲੱਗਦਾ ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਗੜਬੜ ਤਾਂ ਹੈ। ਬਦਕਿਸਮਤੀ ਦੇ ਨਾਲ ਇਹ ਸਰਵੋਤਮ ਲੋਕਤੰਤਰ ਦੇ ਦਰਜੇ ਤੋਂ ਅਜੇ ਕਾਫੀ ਦੂਰ ਹੈ। ਸਰਵੋਤਮ ਲੋਕਤੰਤਰ ਨਹੀਂ ਬਣਿਆ। ਸਰਵੋਤਮ ਮਤਲਬ ਸਭ ਤੋਂ ਵੱਡਾ ਤਾਂ ਹੈ, ਜਦੋਂ ਸਭ ਤੋਂ ਵਧੀਆ ਹੋ ਜਾਏਗਾ ਪੂਰੇ ਸੰਸਾਰ ਦੇ ਤਾਂ ਫਿਰ ਇਹ ਸਰਵੋਤਮ ਵੀ ਬਣ ਜਾਏਗਾ। ਅਸੀਂ ਉਮੀਦ ਕਰਦੇ ਹਾਂ ਸ਼ੁਭ ਇੱਛਾ ਦੇ ਨਾਲ ਕਿ ਸਾਡਾ ਭਾਰਤ ਜਿਹੜਾ ਹੈ, ਜਿਨ੍ਹਾਂ ਚੁਣੌਤੀਆਂ ਦੀ ਅਸੀਂ ਅੱਗੇ ਗੱਲ ਕਰਨ ਜਾ ਰਹੇ ਹਾਂ ਉਹਨਾਂ ਤੋਂ ਨਿਜਾਤ ਪਾਏਗਾ ਔਰ ਆਉਣ ਵਾਲੇ ਸਮੇਂ ਦੇ ਸਾਡਾ ਲੋਕਤੰਤਰ ਸਭ ਤੋਂ ਵੱਡਾ ਹੋਣ ਦੇ ਨਾਲ ਸਰਵੋਤਮ ਲੋਕਤੰਤਰ ਦੇ ਰੂਪ ਦੇ ਵਿੱਚ ਉਗਰ ਕੇ ਬਾਹਰ ਆਏਗਾ। ਬਹੁਤ ਸਾਰੇ ਚੈਲੰਜਸ ਹੈ, ਇਹਨਾਂ ਦੀ ਆਪਾਂ ਗੱਲ ਅੱਗੇ ਚੱਲ ਕੇ ਕਰਦੇ ਹਾਂ। ਜਿਵੇਂ ਵਾਇਲੈਂਸ ਦੀ ਗੱਲ ਹੈ, ਸੋਸ਼ਲ ਇਨਇਕੁਐਲਿਟੀ ਹੈ, ਆਰਥਿਕ ਨਾ ਬਰਾਬਰੀ ਹੈ, ਗਰੀਬੀ ਹੈ। ਆਓ ਅੱਗੇ ਚੱਲਦੇ ਹਾਂ ਅਗਲੀ ਸਲਾਈਡ ਦੇ ਉੱਤੇ ਔਰ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਸਮੱਸਿਆ ਹੈ, ਜਿਹੜੀ ਲੋਕਤੰਤਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਦੇ ਰੂਪ 'ਚ ਆਉਂਦੀ ਹੈ, ਉਹ ਹੈ ਜੀ ਸਮਾਜਿਕ ਅਸਮਾਨਤਾ। ਮੈਂ ਨਾਲ ਦੀ ਨਾਲ ਬੇਨਤੀ ਕਰ ਦੇਵਾਂ ਕਿ ਅਧਿਆਪਕ ਸਾਥੀ ਬੈਠੇ ਹੋਣਗੇ, ਜ਼ਰੂਰ ਕਲਾਸਰੂਮ ਦੇ ਵਿੱਚ ਬੱਚਿਆਂ ਦੇ ਨਾਲ ਹੋ ਸਕੇ ਤਾਂ ਇਹਨਾਂ ਸਲਾਈਡਸ ਦੀ ਤੁਸੀਂ ਆਪਣੇ ਕੋਲ ਫੋਟੋ ਲੈ ਸਕਦੇ ਆ ਤਾਂ ਕਿ ਤੁਸੀਂ ਆਰਾਮ ਦੇ ਨਾਲ ਇੱਕ ਪੁਆਇੰਟ ਨੂੰ ਬਾਅਦ ਦੇ ਵਿੱਚ ਬੱਚਿਆਂ ਦੇ ਨਾਲ ਥੋੜ੍ਹਾ ਵਿਸਥਾਰ ਦੇ ਵਿੱਚ ਵੀ ਡਿਸਕਸ ਕਰ ਸਕਦੇ ਹਾਂ। ਇੱਥੇ ਸਮੇਂ ਦੀ, ਕਿਉਂਕਿ ਤੁਹਾਨੂੰ ਪਤਾ ਹੈ ਪੂਰਾ ਸਮਾਂ ਹੁੰਦਾ ਹੈ ਤੇ ਅਸੀਂ ਕੁਝ ਗੱਲਾਂ ਸ਼ਾਰਟ ਦੇ ਵਿੱਚ ਰੱਖ ਕੇ ਚੱਲਦੇ ਹਾਂ। ਸੋ ਆਉਂਦੇ ਹਾਂ ਜੀ ਪਹਿਲੇ ਪੁਆਇੰਟ ਦੇ ਉੱਤੇ, ਸਮਾਜਿਕ ਅਸਮਾਨਤਾ, ਸੋਸ਼ਲ ਇਨਇਕੁਐਲਿਟੀ। ਪਹਿਲਾਂ ਤਾਂ ਪ੍ਰਸ਼ਨ ਆ ਸਕਦਾ ਹੈ ਕਿ ਸਮਾਜਿਕ ਅਸਮਾਨਤਾ ਹੁੰਦੀ ਕੀ ਹੈ। ਬੱਚਿਆਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਇਹ ਗੱਲ। ਵੈਸੇ ਤਾਂ ਜੇ ਤੁਸੀਂ ਇਹ ਤਸਵੀਰ ਨੂੰ ਦੇਖੋ ਤਾਂ ਇੱਥੋਂ ਵੀ ਤੁਹਾਨੂੰ ਵੱਖ-ਵੱਖ ਧਰਮਾਂ ਦਾ ਭਾਰਤ ਦੇ ਵਿੱਚ ਜਿਹੜੇ ਸਾਈਨ ਦਿੱਤੇ ਗਏ ਆ, ਇਹ ਵੀ ਦੱਸਦਾ ਹੈ ਕਿ ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਵੱਖਰਤਾ ਹੈ। ਪਰ ਅਸੀਂ ਗੱਲ ਅਸਮਾਨਤਾ ਦੀ ਕਰਨ ਲੱਗੇ ਹਾਂ। ਜਾਤ, ਜਨਮ, ਰੰਗ, ਧਰਮ, ਨਸਲ, ਲਿੰਗ, ਇਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਆਧਾਰ ਦੇ ਉੱਤੇ ਅਗਰ ਪੱਖਪਾਤ ਕੀਤਾ ਜਾਂਦਾ ਤਾਂ ਇਹਨੂੰ ਅਸੀਂ ਸਮਾਜਿਕ ਅਸਮਾਨਤਾ ਕਹਾਂਗੇ। ਬੱਚਿਓ, ਤੁਸੀਂ ਸਮਾਜ ਦੇ ਵਿੱਚ ਜਦੋਂ ਵਿਚਰਦੇ ਆ ਨਾ, ਜੇ ਤੁਸੀਂ ਧਿਆਨ ਨਾਲ ਵਿਚਰਦੇ ਹੋਵੋਗੇ ਤਾਂ ਤੁਸੀਂ ਆਪਣੇ ਆਸ-ਪਾਸ, ਆਪਣੇ ਗੁਆਂਢ, ਆਪਣੇ ਸ਼ਹਿਰ, ਆਪਣੇ ਪਿੰਡ ਦੇ ਵਿੱਚ ਜ਼ਰੂਰ ਹੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਭੇਦਭਾਵ ਹੁੰਦਾ ਦੇਖਦੇ ਹੋਵੋਗੇ। ਜੇ ਤੁਸੀਂ ਇੱਕ ਸੁਚੇਤ ਨਾਗਰਿਕ ਹੋ ਤਾਂ ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਘ੍ਰਿਣਾ ਵੀ ਪੈਦਾ ਹੁੰਦੀ ਹੋਏਗੀ। ਜੇ ਨਹੀਂ ਹੁੰਦੀ ਤਾਂ ਹੋਣੀ ਚਾਹੀਦੀ ਹੈ, ਕਿਉਂਕਿ ਇਹ ਬਰਾਬਰੀ ਦਾ ਜ਼ਮਾਨਾ ਹੈ। ਹਰ ਇੱਕ ਬਰਾਬਰ ਹੈ, ਹਰ ਇੱਕ ਨੂੰ ਅਸੀਂ ਆਦਰ ਸਤਿਕਾਰ ਦੀ ਨਜ਼ਰ ਨਾਲ ਦੇਖਣਾ ਹੁੰਦਾ। ਕਿੱਦਾਂ ਦੀਆਂ ਅਸਮਾਨਤਾਵਾਂ ਹੋ ਸਕਦੀਆਂ? ਧਰਮ ਜਾਂ ਜਾਤੀ ਦੇ ਆਧਾਰ 'ਤੇ ਭੇਦਭਾਵ ਹੁੰਦੇ ਆ। ਬੇਟੇ, ਅੱਜ ਦੇ ਸਮੇਂ 'ਚ ਬੇਸ਼ੱਕ ਅਸੀਂ ਬਹੁਤ ਵਿਕਾਸ ਕਰ ਚੁੱਕੇ ਹਾਂ, ਸਾਇੰਸ ਬੜੀ ਤਰੱਕੀ ਕਰ ਚੁੱਕੀ ਹੈ, ਸਾਡਾ ਦੇਸ਼ ਬੜੀ ਤਰੱਕੀ ਕਰ ਚੁੱਕਾ ਹੈ, ਅਸੀਂ ਬਹੁਤ ਅੱਗੇ ਨਿਕਲ ਚੁੱਕੇ ਹਾਂ, ਪਰ ਅੱਜ ਵੀ ਕੁਝ ਸੰਕੀਰਨ ਬੁੱਧੀ ਦੇ ਲੋਕ, ਸੌੜੀ ਬੁੱਧੀ ਦੇ ਲੋਕ ਧਰਮ ਔਰ ਜਾਤੀ ਦੇ ਆਧਾਰ 'ਤੇ ਭੇਦਭਾਵ ਕਰਦੇ ਆ। ਅੱਜ ਵੀ ਸਾਡੇ ਸਮਾਜ ਦੇ ਉੱਤੇ ਸਾਰਾ ਵਰਤਾਰਾ ਸਾਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣ ਨੂੰ ਮਿਲਦਾ। ਲਿੰਗ ਦੇ ਆਧਾਰ 'ਤੇ, ਮੇਲ ਫੀਮੇਲ ਦੇ ਆਧਾਰ 'ਤੇ, ਪੁਰਸ਼ ਔਰ ਔਰਤ ਦੇ ਲਿੰਗ ਦੇ ਆਧਾਰ ਦੇ ਉੱਤੇ ਕਿ ਔਰਤ ਹੈ ਮਜ਼ਦੂਰੀ ਘੱਟ ਦੇਣਾ ਜਾਂ ਕੁਛ ਜਿਹੜਾ ਲਿੰਗ ਦੇ ਆਧਾਰ ਦੇ ਉੱਤੇ ਪੱਖਪਾਤ ਕਰਨਾ, ਕਿਸੇ ਵੀ ਤਰ੍ਹਾਂ ਦੇ ਨਾਲ ਉਸ ਨੂੰ ਦੁਰਕਾਰਨਾ, ਇਹਨੂੰ ਅਸੀਂ ਲਿੰਗ ਦੇ ਆਧਾਰ ਦੇ ਉੱਤੇ ਪੱਖਪਾਤ ਕਹਾਂਗੇ। ਸਮਾਜ ਦੀ 4 ਵਰਗਾਂ 'ਚ ਵੰਡ ਕੀਤੀ ਹੋਈ ਹੈ। ਮੇਰੇ ਖਿਆਲ ਸਾਡੇ ਸਮਾਜ ਦੀ ਸਭ ਤੋਂ ਵੱਡੀ ਬੁਰਾਈ ਦੇ ਰੂਪ ਦੇ ਵਿੱਚ ਇਹੀ ਚੀਜ਼ ਸਾਹਮਣੇ ਆਉਂਦੀ ਹੈ ਕਿ ਸਾਨੂੰ ਵੰਡਿਆ ਗਿਆ ਹੈ। ਸ਼ੁਰੂ ਤੋਂ ਹੀ ਸਾਨੂੰ ਧਰਮ ਨੇ ਹੀ ਵੰਡਿਆ ਹੈ। ਬ੍ਰਾਹਮਣ, ਕਸ਼ਤਰੀ, ਵੈਜ ਔਰ ਸ਼ੂਦਰ, ਇਹ 4 ਤਰ੍ਹਾਂ ਦੇ ਵਰਨ ਵੰਡ ਜਿਹੜੀ ਚੱਲੀ ਆ ਰਹੀ ਹੈ, ਇਹ ਸਾਡੀਆਂ ਜੜ੍ਹਾਂ 'ਚ ਬੈਠੀ ਹੋਈ ਹੈ। ਸਾਡੀ ਸੋਚ ਨੂੰ ਬਰਾਬਰਤਾ 'ਤੇ ਨਹੀਂ ਆਉਣ ਦਿੱਤਾ ਔਰ ਅਸੀਂ ਇਹ ਸਮਝ ਹੀ ਨਹੀਂ ਸਕੇ ਕਿ ਸਾਰੇ ਇਨਸਾਨ ਏਕ ਪਿਤਾ ਏਕਸ ਕੇ ਹਮ ਬਾਰਕ। ਉਹ ਵਾਲਾ ਸੰਦੇਸ਼ ਸਾਡੇ ਦਿਮਾਗ 'ਤੇ ਹੁਣ ਜ਼ਰੂਰ ਪਹੁੰਚ ਜਾਣਾ ਚਾਹੀਦਾ, ਕਿਉਂਕਿ ਹੁਣ ਅਸੀਂ ਸੂਝਵਾਨ ਹੋ ਚੁੱਕੇ ਹਾਂ, ਅਸੀਂ ਤਰੱਕੀ ਕਰ ਚੁੱਕੇ ਹਾਂ, ਅਸੀਂ ਪੜ੍ਹ ਲਿਖ ਚੁੱਕੇ ਹਾਂ। ਸੋ ਇਹ ਜਿਹੜੀ ਵਰਗ ਵੰਡ ਹੈ, ਇਸ ਤੋਂ ਦੂਰ ਹਟੋ ਔਰ ਆਪਣੇ ਇਹ ਸਮਾਜ ਵਿੱਚ ਜਿਹੜੀ ਸਮਾਜਿਕ ਅਸਮਾਨਤਾ ਹੈ, ਇਸ ਨੂੰ ਅਸੀਂ ਦੂਰ ਹਟਾਈਏ। ਸੰਵਿਧਾਨਿਕ ਵਿਵਸਥਾ ਦੇ ਬਾਵਜੂਦ ਵਿਤਕਰਾ ਜਾਰੀ। ਮੈਂ ਪਿੱਛੇ ਗੱਲ ਕੀਤੀ ਸੀ ਆਰਟੀਕਲ 15 ਦੀ, ਜਿਹਦੇ ਵਿੱਚ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ। ਆਰਟੀਕਲ 17 ਜਿਹਦੇ ਵਿੱਚ ਛੂਤ-ਛਾਤ ਦੀ ਮਨਾਹੀ ਕੀਤੀ ਗਈ ਹੈ। ਜੇ ਕੋਈ ਅਜਿਹਾ ਕਰਦਾ ਪਕੜਿਆ ਜਾਂਦਾ ਆ ਜਾਂ ਉਸ ਦੀ ਸ਼ਿਕਾਇਤ ਹੁੰਦੀ ਹੈ ਤਾਂ ਬਾਕਾਇਦਾ ਸਜ਼ਾ ਮਿਲਦੀ ਹੈ। ਇਹਨਾਂ ਪ੍ਰਬੰਧ ਸੰਵਿਧਾਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਦੇ ਸਮੇਂ 'ਚ ਇਹ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵਾਪਰਦਾ ਦੇਖ ਰਹੇ ਹਾਂ। ਇਹ ਸਾਡੀ ਬਦਕਿਸਮਤੀ ਹੈ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਦਿਨ ਬ ਦਿਨ ਇਹਦੇ ਵਿੱਚ ਸੁਧਾਰ ਹੋਏਗਾ। ਸਮਾਜਿਕ ਅਸਮਾਨਤਾਵਾਂ ਦੀ ਗੱਲ ਅਸੀਂ ਕੀਤੀ ਹੈ। ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ? ਵਰਗੀ ਹਿੱਤਾਂ ਦਾ ਵਿਕਾਸ। ਜੇ ਅਸੀਂ ਵਰਗਾਂ ਦੀ ਗੱਲ ਕਰਦੇ ਹਾਂ ਕਿ ਸਮਾਜ ਵਿੱਚ ਜਦੋਂ ਭੇਦ ਦੀ ਗੱਲ ਕਰਦੇ ਹਾਂ, ਵੱਖਰਤਾ ਦੀ ਗੱਲ ਕਰਦੇ ਹਾਂ, ਤਾਂ ਇਹਦਾ ਮਤਲਬ ਊਚ ਨੀਚ ਹੈ। ਵਰਗ ਤਾਂ ਬਣਾ ਹੀ ਦਿੱਤੇ ਅਸੀਂ, ਚਾਹੇ ਅਮੀਰ ਗਰੀਬ ਹੈ, ਚਾਹੇ ਗੋਰਾ ਕਾਲਾ ਹੈ, ਚਾਹੇ
ਕਿਸੇ ਵੀ ਤਰ੍ਹਾਂ ਦਾ ਉੱਚਾ ਨੀਵਾਂ ਹੈ, ਕੁਛ ਨਾ ਕੁਛ ਅਸੀਂ ਡਿਫਰੈਂਸ ਜਿਹੜਾ ਹੈ ਪੈਦਾ ਕਰ ਦਿੱਤਾ। ਸੋ ਜੇ ਅਸੀਂ ਵਰਗ ਪੈਦਾ ਕੀਤੇ ਆ ਤਾਂ ਫਿਰ ਵਰਗੀ ਹਿੱਤਾਂ ਦਾ ਵਿਕਾਸ ਵੀ ਹੋਏਗਾ। ਜਿਹੜਾ ਉੱਪਰਲਾ ਵਰਗ ਹੈ ਉਹ ਹਮੇਸ਼ਾ ਆਪਣੇ ਫਾਇਦੇ ਦੀ ਗੱਲ ਕਰੇਗਾ। ਅਗਰ ਸਰਕਾਰ ਦੇ ਉੱਤੇ ਉਹਦਾ ਪ੍ਰਭਾਵ ਹੈ ਤਾਂ ਉਹ ਨੀਤੀਆਂ ਆਪਣੇ ਕੰਮ ਦੀਆਂ ਬਣਾਏਗਾ, ਔਰ ਜਿਹੜਾ ਹੇਠਲਾ ਵਰਗ ਹੈ ਜਾਂ ਜਿਸ ਨੂੰ ਅਸੀਂ ਨਿਮਨ ਵਰਗ ਕਹਿੰਦੇ ਆ, ਦੁਰਕਾਰਿਆ ਹੋਇਆ ਵਰਗ ਕਹਿੰਦੇ ਆ ਸਮਾਜ ਦਾ, ਉਹਨਾਂ ਦੇ ਹਿੱਤ ਜਿਹੜੇ ਆ ਉਹ ਅਣਗੌਲੇ ਰਹਿ ਜਾਣਗੇ। ਕਿਤੇ ਨਾ ਕਿਤੇ ਲੋਕਤੰਤਰ ਇਸ ਗੱਲ ਤੋਂ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ। ਹਿੰਸਾ ਵਿੱਚ ਵਾਧਾ, ਸਮਾਜ ਵਿੱਚ ਜਿੱਥੇ ਵੀ ਵੱਖਰਤਾ ਆਏਗੀ, ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਵੱਖਰਤਾ ਹੈ, ਹਿੰਸਾ ਨੂੰ ਪੈਦਾ ਕਰਦੀ ਹੈ, ਵੈਰ ਵਿਰੋਧ ਨੂੰ ਪੈਦਾ ਕਰਦੀ ਹੈ, ਜਿਸ ਦਾ ਰਿਜ਼ਲਟ ਤੁਸੀਂ ਇਹ ਤਸਵੀਰ ਦੇ ਰੂਪ ਦੇਖ ਸਕਦੇ ਆ। ਫਿਰ ਸਾਡੇ ਸਮਾਜ ਵਿੱਚ ਇਹ ਸਾਰਾ ਕੁਝ ਵਾਪਰਦਾ ਹੈ। ਦੰਗੇ ਹੁੰਦੇ ਆ, ਚਾਹੇ ਉਹ ਧਰਮ ਦੇ ਆਧਾਰ 'ਤੇ ਹੋਣ, ਚਾਹੇ ਜਾਤੀ ਦੇ ਆਧਾਰ 'ਤੇ ਹੋਣ, ਚਾਹੇ ਊਚ ਨੀਚ ਦੇ ਆਧਾਰ 'ਤੇ ਹੋਣ। ਤਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਦੇਸ਼ ਦੇ ਵਿਕਾਸ ਨੂੰ, ਸਾਡੇ ਦੇਸ਼ ਦੀ ਸ਼ਾਂਤੀ ਨੂੰ, ਸਾਡੇ ਦੇਸ਼ ਦੇ ਨਾਮ ਦੇ ਉੱਤੇ ਕਲੰਕ ਬਣਦੀਆਂ ਆ। ਸੋ ਹਿੰਸਾ ਦੇ ਵਿੱਚ ਵਾਧਾ ਕਰਦੀ ਹੈ ਜਿਹੜੀ ਆ ਸਮਾਜਿਕ ਅਸਮਾਨਤਾ। ਰਾਜਨੀਤਿਕ ਉਦਾਸੀਨਤਾ, ਇਹ ਫੋਟੋ ਨੂੰ ਦੇਖ ਕੇ ਤੁਸੀਂ ਚੰਗੀ ਤਰ੍ਹਾਂ ਸਮਝ ਜਾਓਗੇ। ਮੈਂ ਕਲਾਸ ਵਿੱਚ ਉਦਾਹਰਨ ਦਿੰਦਾ, ਮੈਨੂੰ ਕੀ ਤੇ ਤੈਨੂੰ ਕੀ। ਇਹ ਵਾਲਾ ਕਿ ਜਿਵੇਂ ਕਿਸੇ ਨੇ ਕਿਸੇ ਨੂੰ ਕਿਹਾ ਕਿ ਘਰ ਨੂੰ ਅੱਗ ਲੱਗੀ ਆ, ਉਹ ਕਹਿੰਦਾ ਫਿਰ ਮੈਨੂੰ ਕੀ, ਉਹ ਕਹਿੰਦਾ ਵੀ ਤੇਰੇ ਘਰ ਨੂੰ ਅੱਗ ਲੱਗੀ ਹੈ, ਤਾਂ ਕਹਿੰਦਾ ਫਿਰ ਤੈਨੂੰ ਕੀ। ਇਹ ਮੈਨੂੰ ਕੀ ਤੇ ਤੈਨੂੰ ਕੀ ਵਾਲਾ ਫਾਰਮੂਲਾ ਨਾ, ਮੈਨੂੰ ਕੀ ਸਰਕਾਰ ਜਿੱਦਾਂ ਦੀ ਮਰਜ਼ੀ ਬਣ ਜਾਏ, ਮੈਂ ਵੋਟਾਂ ਤੋਂ ਕੀ ਲੈਣਾ, ਮੈਂ ਵੋਟ ਪਾਉਣ ਕਿਉਂ ਜਾਵਾਂ, ਇਹ ਮੈਨੂੰ ਕੀ ਵਾਲਾ ਫਾਰਮੂਲਾ ਹੈਗਾ। ਇਹਨੂੰ ਅਸੀਂ ਰਾਜਨੀਤਿਕ ਉਦਾਸੀਨਤਾ ਕਹਿੰਦੇ ਹਾਂ, ਇਨਡਿਫਰੈਂਟ ਬਿਹੇਵੀਅਰ, ਕਿ ਮੈਨੂੰ ਕੀ, ਜੋ ਹੁੰਦਾ ਹੋਈ ਜਾਵੇ। ਇਹ ਬਹੁਤ ਮਾੜਾ ਰਵੱਈਆ ਹੈ। ਲੋਕਤੰਤਰ ਬਹੁਤ ਬੁਰੀ ਤਰ੍ਹਾਂ ਨਾਲ ਇਸ ਤੋਂ ਪ੍ਰਭਾਵਿਤ ਹੋਵੇਗਾ, ਕਿਉਂਕਿ ਸਾਨੂੰ ਪਤਾ ਹੈ ਲੋਕਾਂ ਦੀ ਸਰਕਾਰ ਹੈ ਔਰ ਨਾਗਰਿਕਾਂ ਨੇ ਧਿਆਨ ਦੇ ਨਾਲ ਸਰਕਾਰ ਚੁਣਨੀ ਹੁੰਦੀ ਹੈ। ਅਗਰ ਇਹ ਰਵੱਈਆ ਪੈਦਾ ਹੁੰਦਾ ਹੈ ਤਾਂ ਇਹਦੇ ਪਿੱਛੇ ਕਾਰਨ ਜਿਹੜਾ ਹੋਏਗਾ ਉਹ ਕਿਤੇ ਨਾ ਕਿਤੇ ਸਮਾਜਿਕ ਅਸਮਾਨਤਾ ਹੋ ਸਕਦਾ ਹੈ। ਰਾਜਨੀਤੀ ਉੱਤੇ ਵਿਸ਼ੇਸ਼ ਲੋਕਾਂ ਦਾ ਅਧਿਕਾਰ, ਮੈਂ ਪਹਿਲਾਂ ਵੀ ਗੱਲਾਂ 'ਚ ਗੱਲ ਕਰ ਚੁੱਕਿਆ ਕਿ ਇਹ ਵਰਗ ਪੈਦਾ ਹੋ ਗਿਆ ਤਾਂ ਉੱਪਰਲਾ ਵਰਗ ਹਮੇਸ਼ਾ ਹੀ ਆਪਣੇ ਵੱਲ ਨੂੰ ਨੀਤੀਆਂ ਦਾ ਮੂੰਹ ਮੋੜੇਗਾ, ਔਰ ਨੀਤੀਆਂ ਸਾਰੀਆਂ ਉਸ ਤਰ੍ਹਾਂ ਦੀਆਂ ਬਣਨਗੀਆਂ ਜਿਹਦੇ ਨਾਲ ਉਹਦੇ ਆਪਣੇ ਹਿੱਤ ਜਿਹੜੇ ਆ ਸੁਰੱਖਿਅਤ ਰਹਿਣਗੇ, ਔਰ ਜਿਹੜੇ ਅਣਗੌਲਿਆ ਵਰਗ ਹੈ ਸਾਡੇ ਸਮਾਜ ਦਾ, ਉਹਦੇ ਜਿਹੜੇ ਹਿੱਤ ਹੈ ਉਹ ਜ਼ਰੂਰ ਪ੍ਰਭਾਵਿਤ ਹੋਣਗੇ। ਸੋ ਇਹ ਸਮਾਜਿਕ ਅਸਮਾਨਤਾਵਾਂ ਲੋਕਤੰਤਰ ਉੱਤੇ ਬਹੁਤ ਪ੍ਰਭਾਵ ਪਾਉਂਦੀਆਂ। ਦੂਸਰਾ ਅਸੀਂ ਗੱਲ ਕਰਾਂਗੇ ਆਰਥਿਕ ਅਸਮਾਨਤਾ ਦੀ। ਇਕਨੋਮਿਕ ਇਨਇਕੁਐਲਿਟੀ, ਆਰਥਿਕ ਸਮਾਨਤਾ ਬੇਟੇ ਕੀ ਹੁੰਦੀ ਹੈ ਜੀ? ਧਨ, ਜਾਇਦਾਦ, ਆਰਥਿਕ ਸਾਧਨਾਂ ਦੇ ਆਧਾਰ ਦੇ ਉੱਤੇ ਅਗਰ ਅਸਮਾਨਤਾ ਪਾਈ ਜਾਂਦੀ ਹੈ ਸਮਾਜ ਦੇ, ਤੇ ਇਹਨੂੰ ਅਸੀਂ ਆਰਥਿਕ ਅਸਮਾਨਤਾ ਕਹਾਂਗੇ। ਅੱਜ ਔਸਤ 14.9 ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ। ਇਹ ਅੰਕੜਾ ਡਿਫਰੈਂਟ ਹੋ ਸਕਦਾ ਜੀ, ਕਿਉਂਕਿ ਇਹਦੇ 'ਚ ਸਰਕਾਰੀ ਦਖਲਅੰਦਾਜ਼ੀ ਹੋ ਸਕਦੀ ਹੈ, ਇਹਦੇ 'ਚ ਵੱਖ-ਵੱਖ ਵੈਬਸਾਈਟਸ ਦਾ ਪ੍ਰਭਾਵ ਹੋ ਸਕਦਾ ਹੈ। 2015 ਤੋਂ ਲੈ ਕੇ ਹੁਣ ਤੱਕ 25-26% ਦੇ ਕਰੀਬ ਇਹ ਅੰਕੜਾ ਆਉਂਦਾ ਸੀ, ਔਰ ਹੁਣ ਇਹ ਜਿਹੜਾ ਲਗਭਗ 14 ਤੱਕ ਗਿਆ। ਅਗਰ ਇਹ ਸੱਚ ਹੈ ਤਾਂ ਖੁਸ਼ ਹੋਣਾ ਚਾਹੀਦਾ ਸਾਨੂੰ ਕਿ ਆਰਥਿਕ ਅਸਮਾਨਤਾ ਹੌਲੀ-ਹੌਲੀ ਘਟ ਰਹੀ ਹੈ। ਪਰ ਜਿਹੜਾ ਗਰੀਬੀ ਰੇਖਾ ਨੂੰ ਮੈਂ ਦੂਸਰੇ ਰੰਗ 'ਚ ਲਿਖਿਆ ਨਾ, ਇਹ ਤੁਹਾਨੂੰ ਸਮਝ ਲੈਣਾ ਚਾਹੀਦਾ। ਗਰੀਬੀ ਰੇਖਾ ਇੱਕ ਅਜਿਹਾ ਆਰਥਿਕ ਪੱਧਰ ਹੁੰਦਾ ਜਿਹੜਾ ਸਰਕਾਰ ਨਿਸ਼ਚਿਤ ਕਰਦੀ ਹੈ ਕਿ ਇਸ ਤੋਂ ਘੱਟ ਕਮਾਉਣ ਵਾਲਾ ਬੰਦਾ ਜਿਹੜਾ ਉਹ ਗਰੀਬੀ ਰੇਖਾ ਤੋਂ ਥੱਲੇ ਹੈ। ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਇਹਦੀ ਜਿਹੜੀ ਭਾਰਤ ਵੱਲੋਂ ਨਿਸ਼ਚਿਤ ਕੀਤੀ ਗਈ ਸੀਮਾ ਉਹ 32-33 ਰੁਪਏ ਸ਼ਹਿਰ ਦੇ ਵਿੱਚ ਔਰ 27 ਰੁਪਏ ਪਿੰਡ ਦੇ ਵਿੱਚ ਪ੍ਰਤੀ ਦਿਨ ਖਰਚ ਦੀ ਸੀਮਾ ਹੈ। ਅਗਰ ਕੋਈ ਵਿਅਕਤੀ 32 ਰੁਪਏ ਜਾਂ 27 ਰੁਪਏ ਨਹੀਂ ਖਰਚ ਰਿਹਾ ਡੇਲੀ, ਤਾਂ ਉਹ ਨਹੀਂ ਖਰਚ ਸਕਦਾ, ਤਾਂ ਉਸ ਨੂੰ ਅਸੀਂ ਗਰੀਬੀ ਰੇਖਾ ਤੋਂ ਥੱਲੇ ਸਮਝਾਂਗੇ। ਮੈਂ ਜ਼ਿਕਰ ਕਰਨਾ ਚਾਹੁੰਦਾ MDG ਮਿਲੇਨੀਅਮ ਡਿਵੈਲਪਮੈਂਟ ਗੋਲਸ ਸਰਵੇ ਹੋਇਆ ਕਿ UNO ਦੇ ਅੰਡਰ, ਔਰ ਉਹਨਾਂ ਨੇ ਇਹ ਦੱਸਿਆ ਕਿ ਭਾਰਤ ਦੇ ਜਿਹੜੇ 80 ਮਿਲੀਅਨ ਲੋਕ, ਟੋਟਲ ਆਬਾਦੀ ਦਾ 6.7% ਲੋਕ $1.25 ਪ੍ਰਤੀ ਦਿਨ ਉਹਨਾਂ ਦੀ ਖਰਚਣ ਦੀ ਸਿਰਫ ਲਿਮਟ ਹੈਗੀ ਹੈ। ਇਸ ਤੋਂ ਬਾਅਦ ਜਿਹੜਾ 84% ਲੋਕ ਜਿਹੜੇ ਆ ਉਹ $6.85 ਯਾਨੀ $7 ਤੋਂ ਵੀ ਘੱਟ ਉਹਨਾਂ ਦੀ ਜਿਹੜੀ ਹੈ ਆਮਦਨ, ਜਿਹੜੀ ਹੈ ਮੰਥਲੀ ਆਮਦਨ ਹੈਗੀ ਆ। ਸਾਲਾਨਾ ਆਮਦਨ ਜਿਹੜੀ ਹੈ 24,200 ਰੁਪਏ ਮਿਤੀ ਹੁੰਦੀ ਹੈ। ਜਿਹੜਾ ਇਸ ਤੋਂ ਘੱਟ ਹੈ ਉਸ ਨੂੰ ਅਸੀਂ ਗਰੀਬੀ ਰੇਖਾ ਤੋਂ ਥੱਲੇ ਸਮਝਦੇ ਹਾਂ। ਤੇ US ਦੀ ਇਹ ਰੇਸ਼ੋ ਜਿਹੜੀ ਹੈ $14 ਪ੍ਰਤੀ ਦਿਨ ਹੈ। ਭਾਰਤ ਦੀ 0.5 ਹੈ। ਭਾਰਤ ਵਿੱਚ $0.5 ਔਰ US ਦੇ ਵਿੱਚ $14। ਤੁਸੀਂ ਦੇਖੋ ਕਿੱਡਾ ਵੱਡਾ ਫਰਕ ਹੈ ਸਾਡੀ ਔਰ ਉਹਨਾਂ ਦੀ ਖਰਚ ਦੀ ਕਪੈਸਿਟੀ ਦੇ ਵਿੱਚ। ਇਹਦਾ ਮਤਲਬ ਸਾਡੇ ਦੇਸ਼ ਵਿੱਚ ਬਹੁਤ ਲੋਕ ਅਜੇ ਵੀ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਆ। ਸੋ ਜਦੋਂ ਇਸ ਤਰ੍ਹਾਂ ਦਾ ਗਰੀਬ ਤਬਕਾ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਹੋਏਗਾ ਤਾਂ ਸਾਡਾ ਦੇਸ਼ ਜਿਹੜਾ ਆਰਥਿਕ ਅਸਮਾਨਤਾ ਦਾ ਸ਼ਿਕਾਰ ਹੋਏਗਾ। ਲੋਕਤੰਤਰ ਨੂੰ ਪ੍ਰਭਾਵਿਤ ਕਰਨਗੇ ਕਿਵੇਂ? ਆਓ ਦੇਖਦੇ ਹਾਂ ਕੀ ਪ੍ਰਭਾਵ ਪੈਂਦੇ ਆ ਜੀ। ਗਰੀਬ ਦੁਆਰਾ ਮਤ ਅਧਿਕਾਰ ਦਾ ਠੀਕ ਪ੍ਰਯੋਗ ਸੰਭਵ ਨਹੀਂ ਹੈ। ਪਹਿਲੀ ਫੋਟੋ ਦੇਖ ਲਓ, ਪੈਸੇ ਦੇ ਦਿਓ ਔਰ ਮੈਨੂੰ ਵੋਟ ਦੇ ਦਿਓ। ਇਸੇ ਤਰ੍ਹਾਂ ਅਮੀਰਾਂ ਦੇ ਹਿੱਤਾਂ ਦੇ ਵਿੱਚ ਕਾਨੂੰਨ ਦਾ ਨਿਰਮਾਣ, ਇਹ ਗੱਲ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਉਹ ਆਪਣੀ ਪਾਵਰ ਆਪਣੇ ਲਈ ਜ਼ਰੂਰ ਵਰਤਣਗੇ। ਸਮਾਜ ਦੀਆਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾਏਗਾ ਸਮਾਜ ਊਚ ਨੀਚ ਦੇ ਵਿੱਚ, ਕਿਉਂਕਿ ਆਰਥਿਕ ਨਾ ਬਰਾਬਰੀ ਹੈ। ਗਰੀਬ ਵਿਅਕਤੀ ਚੋਣ ਨਹੀਂ ਲੜ ਸਕਦਾ ਕਿਉਂਕਿ ਬਹੁਤ ਜ਼ਿਆਦਾ ਖਰਚ ਹੈ ਚੋਣਾਂ ਦੇ ਉੱਤੇ। ਇਸ ਲਈ ਗਰੀਬ ਵਿਅਕਤੀ ਲਈ ਚੋਣ ਲੜਨਾ ਔਖਾ ਹੋ ਜਾਏਗਾ, ਬੇਸ਼ੱਕ ਉਹ ਜਿੰਨੀ ਮਰਜ਼ੀ ਵਧੀਆ ਕੁਆਲਿਟੀ ਦਾ ਵਿਅਕਤੀ ਹੋਵੇ। ਭ੍ਰਸ਼ਟਾਚਾਰ ਵਿੱਚ ਵਾਧਾ, ਇਹ ਸਾਰੀਆਂ ਫੋਟੋ ਜਿਹੜੀਆਂ ਇਹ ਭ੍ਰਸ਼ਟਾਚਾਰ ਨੂੰ ਦਰਸਾਉਂਦੀਆਂ ਆ। ਇਹ ਸਾਰਾ ਪ੍ਰਭਾਵ ਜਿਹੜਾ ਆਰਥਿਕ ਅਸਮਾਨਤਾ ਦੇ ਕਰਕੇ ਹੁੰਦਾ। ਤੇ ਸਾਡੀ ਤੀਸਰੀ ਜਿਹੜੀ ਸਮੱਸਿਆ ਹੈ ਉਹ ਹੈ ਇਲਿਟਰੇਸੀ, ਅਨਪੜ੍ਹਤਾ।
ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਵਿਦਿਆ ਨੂੰ ਮੌਲਿਕ ਅਧਿਕਾਰਾਂ ਕਰਤਵਾਂ 'ਚ ਸ਼ਾਮਲ ਕੀਤਾ ਗਿਆ ਹੈ। ਤੁਸੀਂ ਸਮਝਦੇ ਹੋ ਧਾਰਾ 21A ਜੋੜ ਕੇ ਜਿਹੜਾ ਫੰਡਾਮੈਂਟਲ ਰਾਈਟਸ ਦੇ ਵਿੱਚ ਜਿਹੜੀ ਲਾਜ਼ਮੀ ਵਿਦਿਆ ਹੈ ਉਸ ਨੂੰ ਜੋੜ ਦਿੱਤਾ ਗਿਆ ਹੈ। ਧਾਰਾ 51A ਚੌਥੇ ਅਧਿਆਏ ਦੀ ਉਹਦੇ ਵਿੱਚ ਵੀ ਇੱਕ ਕਰਤੱਵ ਐਡ ਕਰ ਦਿੱਤਾ ਗਿਆ 11ਵਾਂ, ਔਰ ਉਹਦੇ ਨਾਲ ਹੀ ਇਹ ਫੰਡਾਮੈਂਟਲ ਰਾਈਟ ਜਿਹੜਾ ਉਹਦੇ ਉੱਤੇ ਮੋਹਰ ਲੱਗ ਜਾਂਦੀ ਹੈ। ਇਸ ਦੇ ਬਾਵਜੂਦ ਵੀ ਦੇਸ਼ ਦੇ 26% ਲੋਕ ਲਗਭਗ ਅਨਪੜ੍ਹ ਹੈ। ਇਹ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਸਾਡੇ ਦੇਸ਼ ਦੇ 74% ਲੋਕ ਹੀ ਜਿਹੜੇ, ਉਹ ਵੀ ਮੇਲ ਡਾਟਾ ਆ, ਫੀਮੇਲ ਦੀ ਗਿਣਤੀ ਇਸ ਤੋਂ ਵੀ ਘੱਟ ਹੈ। ਸੋ ਇਹ ਅਫਸੋਸ ਦੀ ਗੱਲ ਹੈ ਕਿ ਇੰਨੇ ਲੋਕ ਅਜੇ ਵੀ ਸਾਡੇ ਦੇਸ਼ 'ਚ ਅਨਪੜ੍ਹ ਹੈ। ਅਨਪੜ੍ਹਤਾ ਵੱਡੀ ਸਮੱਸਿਆ ਹੈ। ਕੀ ਪ੍ਰਭਾਵ ਪਾਉਂਦੀ ਹੈ? ਸਿਆਣੇ ਪ੍ਰਤੀਨਿਧਾਂ ਦੀ ਥਾਂ ਤੇ ਗਲਤ ਆਗੂਆਂ ਦੀ ਚੋਣ, ਬਾਇਸਡ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹੀ ਵੱਖਰਤਾ ਹੈ, ਉਹਨਾਂ ਅਜਿਹੇ ਪ੍ਰਤੀਨਿਧ ਚੁਣੇ ਜਾ ਸਕਦੇ ਆ ਕਿਉਂਕਿ ਅਨਪੜ੍ਹ ਲੋਕ ਹੋਣ ਕਰਕੇ ਸੂਝਵਾਨ ਨਾਗਰਿਕ ਨਹੀਂ ਹੈ, ਵੋਟ ਸੂਝ ਨਾਲ ਨਹੀਂ ਪਾਉਣਗੇ, ਗਲਤ ਲੋਕਾਂ ਦੀ ਚੁਆਇਸ ਕਰਨਗੇ। ਅਨਪੜ੍ਹ ਵਿਅਕਤੀ ਦੇਸ਼ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝ ਸਕਦਾ। ਜੇ ਦੇਸ਼ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝੇਗਾ ਤਾਂ ਉਹ ਸਰਕਾਰਾਂ ਨੂੰ ਨਾ ਤਾਂ ਚੰਗਾ ਯੋਗਦਾਨ ਦੇ ਸਕਦਾ, ਨਾ ਹੀ ਉਹ ਚੰਗੀ ਸੂਝ-ਬੂਝ ਜਿਹੜੀ ਹੈ ਸਮਾਜ ਦੇ ਵਿੱਚ ਕੋਈ ਗੱਲ ਕਰ ਸਕਦਾ ਹੈ। ਸਮਾਜਿਕ ਰਵੱਈਆ ਜਿਹੜਾ ਸਰਕਾਰ ਦੇ ਵਿਰੁੱਧ ਵੀ ਹੋ ਸਕਦਾ ਹੈ, ਸਰਕਾਰ ਦੇ ਪੱਖ ਵਿੱਚ ਵੀ ਹੋ ਸਕਦਾ ਹੈ। ਪਰ ਲੋਕਾਂ ਦਾ ਸਰਕਾਰ ਨੂੰ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਅਨਪੜ੍ਹਤਾ ਦੀ ਹੋਂਦ ਦੇ ਵਿੱਚ ਲੋਕਾਂ ਦੀ ਸਿਆਣਪ ਜਿਹੜੀ ਆ ਉਹ ਕਿਤੇ ਦੂਰ ਰਹਿ ਜਾਂਦੀ ਆ। ਰੂੜੀਵਾਦੀ ਤੇ ਸੰਕੀਰਨ ਦ੍ਰਿਸ਼ਟੀਕੋਣ, ਸਾਡੀ ਸੋਚ ਦਾ ਦਾਇਰਾ ਬੜਾ ਸੀਮਤ ਹੋ ਜਾਂਦਾ ਜਦੋਂ ਅਸੀਂ ਘੱਟ ਪੜ੍ਹੇ ਲਿਖੇ ਹੁੰਦੇ ਹਾਂ। ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨਾ ਸੌਖਾ ਹੈ ਜੀ। ਜੋ ਕਿਸੇ ਨੂੰ ਕਵਾਂਗੇ ਮੰਨ ਜਾਏਗਾ ਕਿਉਂਕਿ ਉਹਨੂੰ ਆਪਣੀ ਸਮੱਸਿਆ ਪਤਾ ਹੀ ਨਹੀਂ ਹੈ, ਦੇਸ਼ ਦੀ ਸਮੱਸਿਆ ਪਤਾ ਹੀ ਨਹੀਂ ਹੈ, ਰਿਐਲਿਟੀ ਨਹੀਂ ਪਤਾ। ਜੋ ਉਸ ਨੂੰ ਕਵਾਂਗੇ ਉਹ ਮੰਨ ਜਾਏਗਾ। ਇਸ ਲਈ ਭੋਲੇ ਭਾਲੇ ਲੋਕਾਂ ਨੂੰ ਥੋੜ੍ਹੇ ਜਿਹਾ ਕੁਛ ਨਾ ਕੁਛ ਕਿਸੇ ਨਾ ਕਿਸੇ ਢੰਗ ਦਾ ਲਾਲਚ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ। ਇਹ ਵੱਡਾ ਦੋਸ਼ ਹੈ। ਸਵਸਥ ਲੋਕ ਮਤ ਦੀ ਕਮੀ, ਲੋਕਤੰਤਰ ਵਾਸਤੇ ਲੋਕ ਮਤ ਦਾ ਸਵਸਥ ਹੋਣਾ ਬੜਾ ਜ਼ਰੂਰੀ ਹੈ। ਸਿਆਣੇ ਲੋਕ ਸਿਆਣੀ ਲੋਕ ਮਤ ਦਾ ਜਿਹੜਾ ਨਿਰਮਾਣ ਕਰਦੇ ਹੈ। ਅਗਰ ਲੋਕ ਅਨਪੜ੍ਹ ਹੈ ਤਾਂ ਸਵਸਥ ਲੋਕ ਮਤ ਨਹੀਂ ਹੋਏਗੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਖੇਤਰਵਾਦ ਦੀ। ਖੇਤਰਵਾਦ ਤੋਂ ਭਾਵ ਕੀ ਹੈ ਜੀ? ਦੇਸ਼ ਦੇ ਹਿੱਤਾਂ ਦੀ, ਸਾਂਝੇ ਹਿੱਤਾਂ ਯਾਨੀ ਰਾਸ਼ਟਰੀ ਹਿੱਤਾਂ ਦੀ ਥਾਂ ਕਿਸੇ ਵਿਸ਼ੇਸ਼ ਖੇਤਰ ਦੇ ਹਿੱਤਾਂ ਨੂੰ ਪਹਿਲ ਦੇਣਾ, ਦੇਸ਼ ਦੇ ਕਿਸੇ ਥੋੜ੍ਹੇ ਹਿੱਸੇ ਨੂੰ ਜ਼ਿਆਦਾ ਪਿਆਰ ਕਰਨਾ ਪੂਰੇ ਦੇਸ਼ ਦੀ ਬਦੌਲਤ। ਖੇਤਰਵਾਦ ਕੇਵਲ ਭਾਰਤ ਦੀ ਨਹੀਂ ਸਗੋਂ ਵਿਸ਼ਵ ਵਿਆਪੀ ਸਮੱਸਿਆ ਹੈ। ਇਹ ਸਾਡੀ ਹੀ ਨਹੀਂ ਹੈ, ਸਗੋਂ ਵੱਖ-ਵੱਖ ਦੇਸ਼ਾਂ ਦੀ ਸਮੱਸਿਆ ਹੈਗੀ ਆ। ਇਹ ਚੀਜ਼ਾਂ ਉੱਭਰਦੀਆਂ ਰਹਿੰਦੀਆਂ। ਖੇਤਰਵਾਦ ਕਿਵੇਂ ਪ੍ਰਭਾਵਿਤ ਕਰਦਾ ਇਹ ਜਾਣਨਾ ਬਹੁਤ ਜ਼ਰੂਰੀ ਹੈ। ਦੇਖ ਸਕਦੇ ਤੁਸੀਂ ਡਿਮਾਂਡ ਆਫ ਗੋਰਖਾਲੈਂਡ ਇਨ ਵੈਸਟ ਬੰਗਾਲ, ਜੰਮੂ ਕਸ਼ਮੀਰ ਦੇ ਵਿੱਚ ਡੋਗਰਾਲੈਂਡ ਦੀ ਮੰਗ ਕੀਤੀ ਜਾਂਦੀ ਹੈ, ਔਰ ਹੋਰ ਬਹੁਤ ਸਾਰੀਆਂ ਵੱਖ-ਵੱਖ ਖੇਤਰ ਹੈ ਜਿਨ੍ਹਾਂ ਦੇ ਵਿੱਚ ਵੱਖਰੇ ਸੂਬੇ ਜਾਂ ਵੱਖਰਾ ਦੇਸ਼ ਬਣਾਉਣ ਦੀ ਮੰਗ ਕੀਤੀ ਜਾਂਦੀ ਹੈ। ਇਹਨੂੰ ਅਸੀਂ ਖੇਤਰਵਾਦ ਕਹਿੰਦੇ ਹਾਂ। ਭਾਰਤੀ ਸੰਘ ਤੋਂ ਵੱਖ ਹੋਣ ਜਾਂ ਵੱਖਰੇ ਰਾਜਾਂ ਦੀ ਮੰਗ ਕਰਨਾ। ਭਾਰਤ ਇੱਕ ਸੰਘੀ ਢਾਂਚਾ, ਤੁਹਾਨੂੰ ਪਤਾ ਸਾਰੇ ਸੂਬੇ ਚੱਲਦੇ ਵੱਖਰੇ ਵੱਖਰੇ। ਕੋਈ ਥੋੜ੍ਹਾ ਜਿਹਾ ਏਰੀਆ ਕਹਿੰਦਾ ਕਿ ਸਾਡੇ ਇੰਨੇ ਕੁ ਹਿੱਸੇ ਨੂੰ ਵੱਖਰਾ ਸੂਬਾ ਬਣਾ ਦਿੱਤਾ ਜਾਵੇ, ਇਹ ਮੰਗ ਹੋਣ ਲੱਗ ਜਾਂਦੀ ਹੈ। ਅੰਤਰਰਾਜੀ ਝਗੜੇ, ਇੱਕ ਸਟੇਟ ਦਾ ਦੂਜੀ ਸਟੇਟ ਨਾਲ ਝਗੜਾ ਹੋਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੇ ਕਾਰਨ, ਬਿਜਲੀ, ਪਾਣੀ ਵਗੈਰਾ ਜੇ ਉਹ। ਧਰਤੀ ਦੇ ਬੇਟਿਆਂ ਦਾ ਸਿਧਾਂਤ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਹਾਰਾਸ਼ਟਰ ਕੇਵਲ ਮਰਾਠੀਆਂ ਲਈ, ਪੰਜਾਬ ਕੇਵਲ ਪੰਜਾਬੀਆਂ ਲਈ, ਹਰਿਆਣਾ ਕੇਵਲ ਹਰਿਆਣੇ ਵਾਲਿਆਂ ਲਈ, ਰਾਜ ਦੀਆਂ ਨੌਕਰੀਆਂ ਕੇਵਲ ਰਾਜ ਦੇ ਵਾਸੀਆਂ ਨੂੰ ਹੀ ਮਿਲਣੀਆਂ ਚਾਹੀਦੀਆਂ। ਇਹ ਬਹੁਤ ਖਤਰਨਾਕ ਸਿਧਾਂਤ ਹੈ। ਇਹ ਖੇਤਰਵਾਦ ਦੀ ਉਪਜ ਹੈ। ਖੇਤਰੀ ਦਲਾਂ ਦਾ ਨਿਰਮਾਣ ਹੋ ਜਾਂਦਾ ਹੈ। ਜੇ ਖੇਤਰ ਦੀਆਂ ਭਾਵਨਾਵਾਂ ਉਤਪੰਨ ਹੋਣਗੀਆਂ ਤਾਂ ਫਿਰ ਰਾਜਨੀਤਿਕ ਦਲ ਵੀ ਖੇਤਰ ਦੇ ਆਧਾਰ ਦੇ ਉੱਤੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਰਾਸ਼ਟਰੀ ਭਾਵਨਾਵਾਂ ਦਾ ਪਤਨ, ਜਿੱਥੇ ਅਸੀਂ ਪੂਰੇ ਦੇਸ਼ ਦੀ ਗੱਲ ਕਰਨੀ ਹੁੰਦੀ ਹੈ ਉੱਥੇ ਅਸੀਂ ਥੋੜ੍ਹੇ ਜਿਹਾ ਖੇਤਰ ਦੀ ਗੱਲ ਕਰਦੇ ਹਾਂ ਤਾਂ ਇਹ ਖੇਤਰਵਾਦ ਕਿਹਾ ਜਾਂਦਾ। ਇਹ ਸਾਡੇ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ। ਸਮਾਂ ਘੱਟ ਹੈ, ਥੋੜ੍ਹਾ ਜਲਦੀ ਨਾਲ ਪੜਾਂਗੇ। ਸੰਪਰਦਾਇਕਤਾ, ਧਰਮ ਦੇ ਆਧਾਰ ਦੇ ਉੱਤੇ ਇੱਕ ਧਰਮ ਨੂੰ ਜ਼ਿਆਦਾ ਅਹਿਮੀਅਤ ਦੇਣਾ, ਉਹ ਦੂਜੇ ਧਰਮ ਨੂੰ ਮਾੜਾ ਦੱਸਣਾ, ਇਹਨੂੰ ਅਸੀਂ ਸੰਪਰਦਾਇਕਤਾ ਕਹਿੰਦੇ ਹਾਂ। ਸੰਪਰਦਾਇਕਤਾ ਰਾਜਨੀਤਿਕ ਦਲਾਂ ਤੇ ਦਬਾਅ ਸਮੂਹਾਂ ਦਾ ਨਿਰਮਾਣ ਕਰਦੀ ਹੈ। ਜਿਵੇਂ ਤੁਸੀਂ ਫੋਟੋ ਲੱਗੀਆਂ ਦੇਖ ਸਕਦੇ ਹੋ, ਸਕਰੀਨਸ਼ਾਟ ਲੈ ਸਕਦੇ ਹੋ। ਵੱਖ-ਵੱਖ ਪ੍ਰਕਾਰ ਦੀਆਂ ਧਾਰਮਿਕ ਜਥੇਬੰਦੀਆਂ ਪੈਦਾ ਹੋ ਜਾਂਦੀਆਂ ਜਿਹੜੀਆਂ ਸਰਕਾਰ ਦੇ ਉੱਤੇ ਆਪਣਾ ਦਬਾਅ ਬਣਾਉਂਦੀਆਂ ਤਾਂ ਸਰਕਾਰ ਸਮੂਥਲੀ ਆਪਣਾ ਕੰਮ ਨਹੀਂ ਕਰ ਸਕਦੀ। ਚੋਣਾਂ ਦੇ ਵਿੱਚ ਸੰਪਰਦਾਇਕਤਾ ਅਸਰ ਕਰਦੀ ਹੈ। ਧਰਮ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਂਦੀਆਂ ਜਿਹੜਾ ਕਿ ਨੈਗੇਟਿਵ ਪੱਖ ਹੈ ਸਾਡੇ ਲੋਕਤੰਤਰ ਦਾ। ਉੱਚੀਆਂ ਨਿਯੁਕਤੀਆਂ ਉੱਤੇ ਵਿਸ਼ੇਸ਼ ਵਰਗ ਦਾ ਕੰਟਰੋਲ ਹੋ ਜਾਂਦਾ ਹੈ। ਧਾਰਮਿਕ ਦੰਗੇ ਤੇ ਫਸਾਦਾਂ 'ਚ ਵਾਧਾ ਹੋ ਜਾਂਦਾ ਹੈ। ਇਹ ਧਰਮ ਤਾਂ ਬਹੁਤ ਵੱਡੇ ਫਸਾਦ ਦੀ ਜਾਂ ਦੰਗਿਆਂ ਦੀ ਜੜ ਬਣ ਜਾਏਗਾ ਜੇ ਸੰਪਰਦਾਇਕਤਾ ਦੇਸ਼ ਦੇ ਵਿੱਚ ਹੁੰਦੀ ਹੈ ਤਾਂ। ਨੀਤੀ ਨਿਰਮਾਣ ਉੱਤੇ ਨਾਕਾਰੀ ਪ੍ਰਭਾਵ, ਚੰਗੀਆਂ ਨੀਤੀਆਂ ਬੱਚੋਂ ਨਹੀਂ ਬਣ ਸਕਦੀਆਂ। ਸੋ ਧਰਮ ਤੇ ਜਾਤੀਵਾਦ, ਅਗਲਾ ਪੁਆਇੰਟ ਵੀ ਸਾਡਾ ਜਾਤੀਵਾਦ ਹੀ ਆ। ਇਹ ਸਾਡੇ ਲੋਕਤੰਤਰ ਦੀਆਂ ਬਹੁਤ ਵੱਡੀਆਂ ਕਮਜ਼ੋਰੀਆਂ ਆ। ਜਾਤੀਵਾਦ ਭਾਰਤ ਦੇ ਮੱਥੇ ਦੇ ਉੱਤੇ ਕਲੰਕ ਹੈ। ਜਾਤੀ ਦੀ ਰਾਜਨੀਤੀ ਜਾਂ ਰਾਜਨੀਤੀ ਦਾ ਜਾਤੀਕਰਨ ਕਹਿ ਲਓ ਕਿ ਇੰਨੀ ਜ਼ਿਆਦਾ ਪ੍ਰਭਾਵਕਾਰੀ ਹੋ ਗਈ ਹੈ ਇਹ ਜਾਤੀ ਰਾਜਨੀਤੀ ਦੇ ਕਿ ਪੂਰੀ ਰਾਜਨੀਤੀ ਦਾ ਜਾਤੀਕਰਨ ਹੋ ਗਿਆ। ਜਾਤੀ ਦੇ ਆਧਾਰ ਤੇ ਰਾਜਨੀਤਿਕ ਦਲ ਦਬਾਅ ਸਮੂਹ ਬਣ ਜਾਂਦੇ ਆ। ਜਿਵੇਂ ਅਸੀਂ ਧਰਮ ਦੇ ਵਿੱਚ ਗੱਲ ਕੀਤੀ ਹੈ, ਜਾਤੀਵਾਦ ਦਾ ਮਤਦਾਨ ਉੱਤੇ ਪ੍ਰਭਾਵ ਪੈਂਦਾ ਜੀ। ਜਾਤੀ ਦੇ ਆਧਾਰ ਤੇ ਵੋਟ ਮੰਗੀ ਜਾਂਦੀ ਹੈ। ਜਾਟ ਕੀ ਵੋਟ, ਜਾਤ ਕੋ। ਜਾਤੀ ਆਧਾਰਿਤ ਮੰਤਰੀ ਪ੍ਰੀਸ਼ਦ
ਔਰ ਵੱਖ-ਵੱਖ ਜਾਤੀਆਂ ਦੇ ਸੰਘਰਸ਼, ਜਾਤੀ ਦੰਗੇ, ਫੋਟੋ ਲੱਗੀਆਂ ਤੁਸੀਂ ਦੇਖ ਸਕਦੇ ਹੋ। ਇਹ ਸਾਰੀਆਂ ਜਿਹੜੀਆਂ ਕਮਜ਼ੋਰੀਆਂ ਹੈ ਜਾਤੀਵਾਦ ਕਰਕੇ ਪੈਦਾ ਹੁੰਦੀਆਂ, ਤੇ ਵੱਖਵਾਦ ਬਹੁਤ ਜ਼ਰੂਰੀ ਹੈ ਪੜ੍ਹਨਾ। ਵੱਖਵਾਦ ਖੇਤਰਵਾਦ ਦਾ ਹੀ ਤਿੱਖਾ ਉਗਰ ਰੂਪ ਹੈ। ਜਦੋਂ ਖੇਤਰਵਾਦ ਦੀ ਮੰਗ ਬਹੁਤ ਵੱਡੇ ਉਗਰ ਰੂਪ ਦੇ ਵਿੱਚ ਪੈਦਾ ਹੋ ਜਾਂਦੀ ਹੈ, ਤੁਹਾਨੂੰ ਅਸੀਂ ਵੱਖਵਾਦ ਕਹਿੰਦੇ ਹਾਂ। ਦੇਸ਼ ਦੇ ਇੱਕ ਹਿੱਸੇ ਨੂੰ ਪੂਰਾ ਵੱਖਰਾ ਦੇਸ਼ ਬਣਾਉਣ ਦੀ ਮੰਗ ਕੀਤੀ ਜਾਂਦੀ, ਜਿਵੇਂ ਮੈਂ ਡੋਗਰਾਲੈਂਡ ਦੀ, ਗੋਰਖਾਲੈਂਡ ਦੀ ਗੱਲ ਕਰਕੇ ਹਟਿਆ। ਲੋਕਤੰਤਰ ਦੇ ਉੱਤੇ ਪ੍ਰਭਾਵ ਬਹੁਤ ਜ਼ਰੂਰੀ ਪੈਂਦੇ ਇਹਦੇ। ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੋ ਜਾਂਦਾ ਹੈ। ਅੱਤਵਾਦੀ ਗਤੀਵਿਧੀਆਂ 'ਚ ਵਾਧਾ ਹੋ ਜਾਂਦਾ। ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਵਾਸਤੇ ਅਸੀਂ ਇਹਨਾਂ ਕੰਮਾਂ ਦਾ ਕਿਤੇ ਨਾ ਕਿਤੇ ਯੋਗਦਾਨ ਹੁੰਦਾ ਆ, ਸਹਾਇਤਾ ਲਈ ਜਾਂਦੀ ਹੈ, ਚਾਹੇ ਆਪਣੇ ਦੇਸ਼ ਵੱਲੋਂ, ਵਿਰੋਧੀ ਪਾਰਟੀਆਂ ਵੱਲੋਂ, ਚਾਹੇ ਨਾਲ ਦੇ ਦੇਸ਼ਾਂ ਵੱਲੋਂ। ਅਰਥ ਵਿਵਸਥਾ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ, ਗੁਆਂਢੀ ਦੇਸ਼ਾਂ ਦੇ ਨਾਲ ਸੰਬੰਧਾਂ ਉੱਤੇ ਵੀ ਪ੍ਰਭਾਵ ਪੈਂਦਾ ਹੈ। ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਲਾਸਰੂਮ 'ਚ ਡਿਸਕਸ ਕਰ ਸਕਦੇ ਆ। ਬੇਰੁਜ਼ਗਾਰੀ, ਆਬਾਦੀ, ਭ੍ਰਿਸ਼ਟਾਚਾਰ, ਗਰੀਬੀ, ਭਾਸ਼ਾਵਾਦ। ਇਹ ਸਮਾਂ ਥੋੜ੍ਹਾ ਸੀਗਾ, ਲੈਕਚਰ ਆਪਣਾ ਪੂਰਾ ਹੋ ਗਿਆ ਵੈਸੇ, ਪਰ ਤੁਸੀਂ ਆਪਣੇ ਅਧਿਆਪਕ ਦੀ ਮਦਦ ਦੇ ਨਾਲ ਇਹਨਾਂ ਸਾਰੇ ਵਿਸ਼ਿਆਂ ਨੂੰ ਦੁਬਾਰਾ ਤੋਂ ਡਿਸਕਸ ਕਰ ਸਕਦੇ ਆ। ਫ਼ੋਨ ਨੰਬਰ ਦਿੱਤਾ ਹੋਇਆ, ਕਿਸੇ ਵੀ ਚੀਜ਼ ਦੇ ਤੁਹਾਨੂੰ ਹੈਲਪ ਚਾਹੀਦੀ ਹੋਵੇ ਤੁਸੀਂ ਇਸ ਫ਼ੋਨ ਨੰਬਰ ਨੂੰ 'ਤੇ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ। ਹੈਰੀ ਐਜੂਕੇਸ਼ਨ ਦੇ ਉੱਤੇ ਜਾ ਕੇ ਮੈਂ ਇਹ ਲੈਕਚਰ ਅਪਲੋਡ ਵੀ ਕਰ ਦਿਆਂਗਾ ਆਉਣ ਵਾਲੇ ਸਮੇਂ ਦੇ ਵਿੱਚ। ਤੁਸੀਂ ਉੱਥੋਂ ਵੀ ਹੈਲਪ ਲੈ ਸਕਦੇ ਹੋ। ਕਿਸੇ ਵੀ ਵੇਲੇ ਕਿਸੇ ਵੀ ਤਰ੍ਹਾਂ ਦੇ ਸੁਝਾਅ ਲਈ ਤੁਹਾਡਾ ਵੈਲਕਮ ਕਵਾਂਗਾ, ਤੁਹਾਨੂੰ ਸਵਾਗਤ ਕਰਾਂਗਾ। ਸੋ ਅੱਜ ਦੇ ਲਈ ਇੰਨਾ ਹੀ, ਧੰਨਵਾਦ।